ਆਟੋਮੈਟਿਕ ਜਿਹੜੇ ਟਰੈਕਟਰ ਨੇ ਉਹ ਚੱਲਦੇ ਤੁਹਾਨੂੰ ਅੱਜ ਦਿਖਾਵਾਂਗੇ। ਹੁਣ ਟਰੈਕਟਰ ਚਲਾਉਣ ਦੇ ਲਈ ਬਾਹਰ ਮਿੱਟੀ ਘੱਟੇ ਦੇ ਵਿੱਚ ਜਿਹੜਾ ਤੁਹਾਨੂੰ ਜ਼ਰੂਰਤ ਨਹੀਂ ਹੋਊਗੀ। ਵੀ ਉਸ ਦੀ ਸੀਟ ਦੇ ਉੱਤੇ, ਡਰਾਈਵਰ ਦੀ ਸੀਟ ਦੇ ਉੱਤੇ ਕੋਈ ਨਹੀਂ ਆ, ਕੰਪਿਊਟਰ ਇਸ ਟਰੈਕਟਰ ਨੂੰ ਜਿਹੜਾ ਆ ਉਹ ਚਲਾ ਰਿਹਾ ਹੈਗਾ। ਹਾਂਜੀ, ਇਹ ਜਿਹੜੀ ਕੋਈ ਵੀ ਟਰੈਕਟਰ ਆਪਾਂ ਪੁਰਾਣਾ ਲੈ ਕੇ ਉਹਦੇ 'ਤੇ ਕਿੱਟ ਇੰਸਟਾਲ ਹੋ ਜਾਂਦੀ ਹੈ ਅਤੇ ਉਹ ਕਿੱਟ ਅਸੀਂ 2 ਦਿਨ 'ਚ ਇੰਸਟਾਲ ਕਰ ਦਿੰਦੇ ਹਾਂ ਅਤੇ ਉਦੋਂ ਬਾਅਦ 'ਚ ਫਿਰ ਇਹ ਟਰੈਕਟਰ ਆਟੋਨਮਸਲੀ ਰਨ ਕਰਨ ਲੱਗ ਜਾਂਦਾ। ਦੇਖੋ, ਜਿਹੜਾ ਤਾਂ ਸਟੀਅਰਿੰਗ ਆ ਤੁਸੀਂ ਦੇਖ ਸਕਦੇ ਇਹ 'ਤੇ ਮੋਟਰ ਲੱਗੀ ਹੋਈ ਹੈ ਦੂਜੀ, ਠੀਕ ਹੈ, ਕਰਨ ਨੂੰ, ਹੈ ਨਾ, ਇਹ ਆਪਦੇ ਆਪ ਹੀ ਸਿਗਨਲ ਨਾਲ ਘੁਮਾਉਂਦੀ ਰਹਿੰਦੀ ਹੈ। ਜਿਵੇਂ ਇੱਕ ਆਪਰੇਟਰ 5 ਤੋਂ 5-6 ਟਰੈਕਟਰ ਚਲਾ, ਸੋ ਮਤਲਬ ਇੱਕ ਜਣਾ ਹੀ 5-6 ਜਿਹੜਾ ਉਹ ਚਲਾ ਸਕਦਾ। ਸੋ 5 ਜਣੇ ਨਹੀਂ ਚਾਹੀਦੇ ਉਹਦੇ ਲਈ ਫਿਰ ਇਦਾਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਾਰਨਬੀਰ ਸਿੰਘ। ਅੱਜ ਪਹੁੰਚੇ ਹਾਂ ਅਸੀਂ ਫਰੈਸਨੋ ਕਾਉਂਟੀ ਦੇ ਵਿੱਚ ਇੱਕ ਥਾਂ ਦੇ ਉੱਤੇ, ਖੇਤ ਦੇ ਵਿੱਚ, ਜਿੱਥੇ ਆਟੋਮੈਟਿਕ ਜਿਹੜੇ ਟਰੈਕਟਰ ਨੇ ਉਹ ਚੱਲਦੇ ਤੁਹਾਨੂੰ ਅੱਜ ਦਿਖਾਵਾਂਗੇ। ਇਹ ਨਵੀਂ ਟੈਕਨੋਲੋਜੀ, ਰੀਸੈਂਟਲੀ ਆਪਾਂ ਗੱਲਬਾਤ ਕੀਤੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਪ੍ਰੈਸੀਜਨ ਐਗ ਜਿਹੜੀ ਉਹ ਅੱਗੇ ਵਧ ਰਹੀ ਆ। ਇਹ ਵੀ ਉਹਦੇ ਵਿੱਚ ਇੱਕ ਪਾਰਟ ਆ, ਆਟੋਨੋਮਸ ਟਰੈਕਟਰਸ। ਹੁਣ ਟਰੈਕਟਰ ਚਲਾਉਣ ਦੇ ਲਈ ਬਾਹਰ ਮਿੱਟੀ ਘੱਟੇ ਦੇ ਵਿੱਚ ਜਿਹੜਾ ਤੁਹਾਨੂੰ ਜ਼ਰੂਰਤ ਨਹੀਂ ਹੋਊਗੀ, ਆਪਣੇ ਆਪ ਮੁੜਦਾ ਆ, ਆਪਣੇ ਆਪ ਚੱਲਦਾ ਆ, ਇਹ ਸਾਰਾ ਕੁਛ ਆ। ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਉਹ ਟਰੈਕਟਰ ਇਸ ਟਾਈਮ ਚੱਲਦਾ ਜਿਹੜਾ ਹੋ ਆ ਰਿਹਾ ਆ, ਨਾਲ ਦੇ ਨਾਲ ਖੁਦ ਸਪਰੇਅ ਕਰਦਾ ਆ ਰਿਹਾ ਆ। ਚੈਰੀ ਦੇ ਬਾਗ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ, ਜਿੱਥੇ ਇਹ ਡੈਮੋ ਦੇ ਰਹੀ ਆ। ਕੰਪਨੀ ਹੈਗੀ ਆ ਬਲੂ ਵਾਈਟ, ਇੱਕ ਇਜ਼ਰਾਈਲ ਦੀ ਕੰਪਨੀ ਆ ਜੋ ਕਿ ਕੈਲੀਫੋਰਨੀਆ ਦੇ ਵਿੱਚ ਆਪਣੇ ਪੈਰ ਜਿਹੜੀ ਉਹ ਜਮਾ ਰਹੀ ਆ। ਅਤੇ ਇਹ ਰੈਗੂਲਰ ਮਿਲਦੇ ਜਿਹੜੇ ਟਰੈਕਟਰਸ ਆ ਉਹਨਾਂ ਨੂੰ ਆਟੋਨਮਸ ਜਿਹੜੀ ਉਹ ਬਣਾ ਦਿੰਦੀ ਆ, ਸਮਾਰਟ ਬਣਾ ਦਿੰਦੀ ਆ। ਆਬਜੈਕਟ ਡਿਟੈਕਸ਼ਨ, ਲਾਈਡਾਰ, ਕੈਮਰਾਜ਼, ਸੈਟਲਾਈਟ ਦੇ ਨਾਲ ਲਿੰਕ, ਐਡਵਾਂਸਡ GPS ਟੈਕਨੋਲੋਜੀ ਨੂੰ ਵਰਤੋਂ ਕਰਦੇ ਹੋਏ ਇਹ ਜਿਹੜੀ ਆਟੋਨਮਸ ਟਰੈਕਟਰ ਨੇ, ਸੈਲਫ ਡਰਾਈਵਿੰਗ ਟਰੈਕਟਰ ਜਿਹੜੇ ਆ ਉਹ ਇਸ ਟਾਈਮ ਆਏ ਆ। ਸੋ ਤੁਸੀਂ ਦੇਖ ਸਕਦੇ ਆ ਵੀ ਉਸ ਦੀ ਸੀਟ ਦੇ ਉੱਤੇ, ਡਰਾਈਵਰ ਦੀ ਸੀਟ ਦੇ ਉੱਤੇ ਕੋਈ ਨਹੀਂ ਆ, ਕੰਪਿਊਟਰ ਇਸ ਟਰੈਕਟਰ ਨੂੰ ਜਿਹੜਾ ਆ ਉਹ ਚਲਾ ਰਿਹਾ ਹੈਗਾ ਆ। ਅਤੇ ਮੇਰੇ ਨਾਲ ਹੁਣ ਇਸ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਅਰਸ਼ਦੀਪ ਸਿੰਘ ਉਹ ਜੁੜ ਚੁੱਕੇ ਆ। ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਤੌਰ ਦੇ ਉੱਤੇ। ਅੱਜ ਬਲੂ ਵਾਈਟ ਦੇ ਇੰਪਲਾਈ ਦੇ ਤੌਰ ਦੇ ਉੱਤੇ ਵੀ ਗੱਲ ਕਰਨਗੇ ਅਤੇ ਪੱਗ ਦੇ ਜਿਹੜੇ ਮੈਂਬਰ ਦੇ ਤੌਰ ਦੇ ਉੱਤੇ ਵੀ। ਅਰਸ਼ਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ। ਸੋ ਅਰਸ਼ਦੀਪ ਸਿੰਘ, ਪਿੱਛੇ ਚੱਲਦਾ ਟਰੈਕਟਰ ਦੇਖ ਰਹੇ ਆ, ਆਪਾਂ ਨੂੰ ਥੱਲੇ ਤਾਂ ਨਾ ਦੇ ਦੂਗਾ? ਨਹੀਂ, ਐ ਨਹੀਂ ਦਿੰਦਾ ਗਾ ਜੀ, ਇਹ 'ਤੇ ਲੱਗਿਆ ਬਹੁਤ ਸਿਕਿਉਰਿਟੀ ਫੀਚਰਸ ਹੈਗੇ ਨੇ, ਉਹਨੇ ਪਹਿਲਾਂ ਆਪਦੇ ਆਪ ਹੀ ਰੁਕ ਜਾਣਾ ਆਪਣੇ ਕੋਲ ਪਹੁੰਚਣ ਤੱਕ ਤਾਂ। ਸੋ ਇਸ ਟਰੈਕਟਰ ਦੇ ਬਾਰੇ ਦੱਸੋ, ਕੰਪਨੀ ਬਾਰੇ ਦੱਸੋ ਵੀ ਕਿੱਦਾਂ ਇਹ ਟਰੈਕਟਰ ਨੂੰ ਤੁਸੀਂ ਸੈਲਫ ਡਰਾਈਵਿੰਗ ਆਟੋਨਮਸ ਬਣਾ ਰਹੇ ਹੋ। ਹਾਂਜੀ, ਇਹ ਜਿਹੜੀ ਕੋਈ ਵੀ ਟਰੈਕਟਰ ਆਪਾਂ ਪੁਰਾਣਾ ਲੈ ਕੇ ਉਹਦੇ 'ਤੇ ਕਿੱਟ ਇੰਸਟਾਲ ਹੋ ਜਾਂਦੀ ਹੈ ਅਤੇ ਉਹ ਕਿੱਟ ਅਸੀਂ 2 ਦਿਨ 'ਚ ਇੰਸਟਾਲ ਕਰ ਦਿੰਦੇ ਹਾਂ ਅਤੇ ਉਦੋਂ ਬਾਅਦ 'ਚ ਫਿਰ ਇਹ ਟਰੈਕਟਰ ਆਟੋਨਮਸਲੀ ਰਨ ਕਰਨ ਲੱਗ ਜਾਂਦਾ। ਜਿਵੇਂ ਆਪਾਂ ਅੱਗੇ ਵੀ ਉਦੋਂ ਪ੍ਰੋਗਰਾਮ 'ਚ ਗੱਲ ਕਰਦੇ ਸੀ, ਪਹਿਲਾਂ ਫੀਲਡ ਮੈਪ ਹੋ ਜਾਂਦਾ, ਫਿਰ ਉਹ ਟਰੈਕਟਰ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਇੱਥੋਂ ਦੀ ਲੰਘਣਾ, ਹੈ ਨਾ। ਠੀਕ ਹੈ। ਅਤੇ ਫਿਰ ਉਹ ਉਦੋਂ ਬਾਅਦ 'ਚ ਤਾਂ ਫਿਰ ਉਹ ਜਿਹੜਾ ਉਹੀ ਸੇਮ ਟਰੈਕ ਹੁੰਦਾ, ਵਿਦਨ ਸੈਂਟੀਮੀਟਰਸ ਉਹਨੇ ਉਵੇਂ ਹੀ ਚੱਲੀ ਜਾਣਾ ਕੰਟੀਨਿਊਸਲੀ, ਹੈ ਨਾ। ਅਤੇ ਇਹਦੇ 'ਚ ਇਹ ਫਾਇਦੇ ਇਹੀ ਆ ਵੀ ਇਹਦੇ 'ਤੇ ਜਿਵੇਂ ਹੁਣ ਫੋਲੀਅਰ ਸਪਰੇਅ ਕਰਨ ਲੱਗੇ ਹਾਂ ਅਤੇ ਨਾ ਕਿਸੇ ਬੰਦੇ ਦੀ ਲੋੜ ਆ ਉੱਤੇ, ਨਾ ਟਰੈਕਟਰ 'ਤੇ ਕੈਬ ਦੀ ਲੋੜ ਆ, ਹੈ ਨਾ। ਕੋਈ ਗਰਮੀ ਠੰਡ ਦੀ ਨਹੀਂ ਚੀਜ਼ ਲੋੜ ਗੀ। ਸੇਫਟੀ ਫੀਚਰਸ ਬਹੁਤ ਵੱਧ ਜਾਂਦੇ ਨੇ, ਡਸਟ ਤੋਂ ਬਚਾ। ਸੋ ਕਾਫੀ ਜ਼ਿਆਦਾ ਇਹਦਾ ਫਾਇਦਾ ਹੋ ਜਾਂਦਾ। ਆਪਾਂ ਇੱਧਰ ਨੂੰ ਥੋੜ੍ਹਾ ਜਿਹਾ ਹੋ ਜਾਈਏ। ਬਿਲਕੁਲ। ਟਰੈਕਟਰ ਨੇ ਆਪਣੇ ਨੇੜੇ ਆਣਾ ਨਹੀਂ, ਉਹਨੇ ਸਟਾਪ ਹੋ ਜਾਣਾ। ਹਾਂ, ਸੋ ਇਹ ਜਿਹੜੇ ਫੀਚਰ ਇਹਦੇ ਵਿੱਚ ਲੱਗੇ ਆ, ਸੋ ਇਸ ਟਾਈਮ ਆਪਾਂ ਜਿੱਦਾਂ ਦੇਖ ਰਹੇ ਹਾਂ ਅਰਸ਼ ਫੋਲੀਅਰ ਸਪਰੇਅ ਕਰ ਰਹੇ ਆ। ਇਹ ਰਾਈਟ ਨਾਓ ਜਿਹੜੇ ਤੁਹਾਡੇ ਟਰੈਕਟਰ ਆ, ਕੀ ਇਹ ਇਹੀ ਚੀਜ਼ਾਂ ਕਰਦੇ ਆ ਜਾਂ ਹੋਰ ਕੀ ਕਰਦੇ ਆ? ਨਹੀਂ, ਕੋਈ ਵੀ ਜਿਹੜਾ ਟਰੈਕਟਰ ਦਾ ਫੰਕਸ਼ਨ ਆ ਉਹ ਕਰ ਸਕਦੇ ਆ ਆਪਾਂ। ਜਿਵੇਂ ਵੀ ਕੋਈ ਵੀ ਹੋਰ ਇੰਪਲੀਮੈਂਟ ਐਡ ਕਰਨੀ ਆ ਉਹ ਕਰ ਲਓ।
ਜੇ ਐਜ਼ ਲੌਂਗ ਐਜ਼ ਇੰਪਲੀਮੈਂਟ ਸਮਾਰਟ ਨੇ ਫਿਰ ਤਾਂ ਬਹੁਤ ਈਜ਼ੀ ਹੋ ਜਾਂਦਾ। ਤੇ ਜਿਹੜੀਆਂ ਨਹੀਂ ਸਮਾਰਟ, ਜਿਵੇਂ ਹੁਣ ਆ ਰੈਗੂਲਰ ਇੰਪਲੀਮੈਂਟ ਆ, ਇਹਨੇ ਵੀ ਇਹਦੇ ਨਾਲ ਚੱਲੀ ਜਾਣਾ। ਤੇ ਬਟ ਜੇ ਇਹ ਸਮਾਰਟ ਹੋਵੇ ਤਾਂ ਹੋਰ ਵੀ ਜ਼ਿਆਦਾ ਕਾਸਟ ਸੇਵਿੰਗਸ ਹੁੰਦੀਆਂ ਨੇ, ਜਿਹੜੀਆਂ ਆਪਾਂ ਅੱਗੇ ਗੱਲ ਕਰਦੇ ਸੀ, ਹੈ ਨਾ। ਆ ਹੁਣ ਦੇਖੋ ਮੋਰੇ ਖੰਭਾ ਵੀ ਸੀਗਾ, ਉਹਨੇ ਖੰਭੇ ਨੂੰ ਬਚਾਉਂਦੇ ਹੋਏ ਜਿਹੜਾ ਉਹ ਸਾਈਡ ਨੂੰ ਹੋ ਕੇ ਨਿਕਲ ਗਿਆ। ਹਾਂਜੀ, ਨਹੀਂ ਉਹ ਜਦੋਂ ਆਪਾਂ ਫੀਲਡ ਮੈਪ ਕਰਦੇ ਨਾ, ਉਹ ਸਾਰੀਆਂ ਚੀਜ਼ਾਂ ਇਹ ਵਿੱਚ ਐਡ ਕਰ ਦਿੰਦੇ ਹੁੰਦੇ ਨੇ। ਠੀਕ ਆ, ਐਡਿਟ ਹੋ ਜਾਂਦਾ ਜੀ, ਕੁਛ ਆਪਾਂ ਐਡਿਟ ਕਰਨ ਵਾਲਾ ਹੁੰਦਾ ਵੀ ਕਿਹੜਾ ਰਾਹ ਉਹਨੇ ਚੂਜ਼ ਕਰਨਾ ਆ। ਹਾਂਜੀ, ਜਿਵੇਂ ਡਰਾਈਵਰ ਚਲਾਉਂਦਾ ਉਵੇਂ ਹੀ ਚੱਲਣਾ ਟਰੈਕਟਰ ਨੇ ਬੇਸਿਕਲੀ, ਉਹਦੇ 'ਚ ਹੋਰ ਕੋਈ ਫਰਕ ਨਹੀਂ ਹੈ। ਸੋ ਰਾਈਟ ਨਾਓ ਜਿਨ੍ਹਾਂ ਦੇ ਕੋਲ ਟਰੈਕਟਰ ਆ, ਤੁਸੀਂ ਉਹਨਾਂ ਨੂੰ ਅਪਗ੍ਰੇਡ ਕਰ ਦਿੰਦੇ, ਇੱਦਾਂ ਬਣਾ ਸਕਦੇ ਕਿਸੇ ਦੇ ਵੀ ਟਰੈਕਟਰ ਨੂੰ? ਹਾਂਜੀ, ਕੋਈ ਵੀ ਟਰੈਕਟਰ ਬਣ ਸਕਦਾ ਇਹਦੇ ਨਾਲ ਦਾ। ਜਿਹੜੇ ਬਾਹਲੇ ਪੁਰਾਣੇ ਨੇ ਉਹ ਨਹੀਂ, ਜਿਹੜੇ ਆਪਾਂ ਸਮਾਰਟ ਟਰੈਕਟਰ ਕਹਿੰਦੇ ਆ ਥੋੜੇ ਜਿਹੇ ਪਿਛਲੇ 5-7 ਸਾਲਾਂ ਜਿਹੜੇ ਆਏ ਨੇ, ਉਹ ਸਾਰੇ ਕੰਟਰੋਲ ਹੋ ਜਾਂਦੇ ਨੇ। ਕੀ ਖਰਚਾ ਹੁੰਦਾ ਆ? ਖਰਚਾ ਦੇਖੋ, ਇਹ ਜਿਹੜੀ ਕਿੱਟ ਆ ਇਹ ਵੇਚਦੇ ਨਹੀਂਗੇ, ਕਿੱਟ ਨਹੀਂ ਸੈਲ ਕਰਦੇ, ਸਰਵਿਸ ਅਸੀਂ ਸਰਵਿਸ ਸੈਲ ਕਰਦੇ ਹਾਂ। ਸਬਸਕ੍ਰਿਪਸ਼ਨ ਆ? ਹਾਂਜੀ, ਸਬਸਕ੍ਰਿਪਸ਼ਨ ਆ, ਜਿਵੇਂ ਆਪਣੀ ਅੱਡ ਸਾਰੀਆਂ ਚੀਜ਼ਾਂ ਦੀ ਹੁੰਦੀ ਹੈ। ਤੇ ਇਹ ਚਲਾਉਣਾ ਜਿਹੜਾ ਕਿਸੇ ਨੂੰ ਉਸ ਫਾਰਮਰ ਨੂੰ ਖੁਦ ਸਿਖਾ ਦਿੰਦੇ ਆ ਜਾਂ ਕਿੱਦਾਂ? ਸੋ ਇਹ ਚੀਜ਼ ਜ਼ਰੂਰ ਦੱਸਦੇ ਜਾਈਏ। ਬੜੇ ਵਧੀਆ ਢੰਗ ਦੇ ਨਾਲ ਇਹਨੇ ਪ੍ਰਸੀਜਨ ਤਰੀਕੇ ਦੇ ਨਾਲ ਮੁੜਿਆ ਆ। ਇੱਕ ਰੋਜ਼ ਛੱਡ ਕੇ ਅਗਲੀ 'ਚ ਗਿਆ ਤੇ ਉੱਥੇ ਬਿਲਕੁਲ ਉੱਥੇ ਸੈਂਟਰ 'ਚ ਆ ਗਿਆ ਆ। ਹਾਂਜੀ, ਆ ਸਪਰੇਅਰ ਵੀ ਨਾਲ ਫਿਰ ਉਵੇਂ ਚੱਲ ਪਿਆ ਜਦੋਂ ਅੰਦਰ ਗਿਆ ਆ। ਹਾਂਜੀ, ਜਿਹੜਾ ਆਰਟੀਕੇ ਜਾਂ INS ਸਿਸਟਮ ਲੱਗਿਆ, ਉਹ ਕਰੈਕਸ਼ਨ ਕਰਦੇ ਰਹਿੰਦੇ ਨਾਲ ਦੀ ਨਾਲ ਵੀ, ਉਹ ਵਿਦਿਨ ਸੈਂਟੀਮੀਟਰਸ 'ਚ ਰਵੇ, ਹੈ ਨਾ, ਉਰੇ ਪਰੇ ਨਾ ਹੋ। ਸੋ ਹੋਰ ਕੀ ਲੱਗਾ ਹੈ ਇਸ ਜਿਹੜੀ ਕਿੱਟ ਆ, ਉਹਦੇ ਵਿੱਚ ਕੀ ਇਨਕਲੂਡਡ ਹੁੰਦਾ ਹੈ? ਉਹਦੇ 'ਚ ਸੈਂਸਰ ਲੱਗੇ ਹੁੰਦੇ ਨੇ ਚਾਰੇ ਪਾਸੇ, ਫਿਜ਼ੀਕਲ ਸਟਾਪ ਲੱਗੇ ਹੁੰਦੇ ਆ, ਵੀ ਬਾਈ ਚਾਂਸ ਕੋਈ ਸੈਂਸਰ ਫੇਲ ਹੋ ਜਾਂਦਾ ਤੇ ਟਰੈਕਟਰ ਕਾਸ ਚਲਾਉਂਦਾ ਫਿਰ ਵੀ ਰੁਕ ਸਕਦਾ, ਹੈ ਨਾ। ਤੇ ਬਾਕੀ ਜਿਹੜਾ GPS ਜਾਂ INS ਸਿਸਟਮ ਟਰੈਕਿੰਗ ਸਿਸਟਮ ਆ, ਉਹ ਹੁੰਦਾ ਜਿਹਨੇ ਕਮਿਊਨੀਕੇਟ ਕਰਨਾ ਸੈਟਲਾਈਟ ਨਾਲ। ਤੇ ਇੱਕ ਜਿਹੜਾ ਸਾਡਾ ਕੰਟਰੋਲ ਬਾਕਸ ਹੁੰਦਾ, ਜਿਹਨੇ ਟਰੈਕਟਰ ਨੂੰ ਦੱਸਣਾ ਵੀ ਹੁਣ ਕਿਹੜੇ ਐਕਸ਼ਨ ਕਰਨੇ ਆ, ਹੈ ਨਾ। ਸੋ ਇਹ ਕੀ ਕੋਈ ਇੱਥੇ ਆ ਕੇ ਇਸ ਨੂੰ ਡਰਾਈਵ ਕਰ ਰਿਹਾ ਆ ਜਾਂ ਜੇ ਇਹਨੂੰ ਛੱਡ ਦੋ, ਚੱਲਦਾ ਛੱਡ ਦੋ, ਆਪਣੇ ਆਪ ਕਰਦਾ ਰਹੂਗਾ? ਨਹੀਂ, ਜਿਹੜਾ ਇੱਕ ਆਪਰੇਟਰ ਹਮੇਸ਼ਾ ਕੋਲੇ ਹੁੰਦਾ ਨੇੜੇ ਤੇੜੇ। ਜਿਵੇਂ ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ 5 ਟਰੈਕਟਰ ਇੱਕ ਆਪਰੇਟਰ ਡਰਾਈਵ ਕਰ ਲੈਂਦਾ, ਤੇ ਆਪਰੇਟਰ ਨੂੰ ਕੋਲੇ ਹੋਣਾ ਜ਼ਰੂਰੀ ਹੈ। ਬਾਈ ਚਾਂਸ ਕੋਈ ਅਬਸਟਰਕਸ਼ਨ ਆ ਗਈ, ਕੋਈ ਕੁਛ ਆ ਗਿਆ ਜਾਂ ਟਰੈਕਟਰ ਰੁਕ ਗਿਆ, ਤਾਂ ਫਿਰ ਉਹਨੂੰ ਰੀਸੈਟ ਕਰਨਾ ਪੈਂਦਾ। ਸੋ ਜਿਵੇਂ ਆਪਾਂ ਦੇਖ ਸਕਦੇ ਹਾਂ, ਸ਼ਾਇਦ ਕੈਮਰੇ ਤੁਸੀਂ ਦੇਖਿਆ ਵੀ ਹੋਵੇ, ਇੱਕ ਹੈਗਾ ਆਪਰੇਟਰ ਹੁਣ ਪਿੱਕੇ ਦੇ ਵਿੱਚ ਬੈਠਾ, ਜਿਹਦੇ ਕੋਲ ਕੰਪਿਊਟਰ ਤੇ ਸਾਰਾ ਕੁਝ ਹੁਣ ਦੇਖ ਰਿਹਾ, ਇਹ ਚੱਲੀ ਜਾਂਦਾ ਆਪਦੇ ਆਪ। ਠੀਕ ਹੈ ਜੀ। ਉਹਨੇ ਜਦੋਂ ਇੱਕ ਵਾਰ ਟਰਨ ਆਨ ਕਰਤਾ ਮਿਸ਼ਨ, ਉਸ ਤੋਂ ਬਾਅਦ ਜੇ 40 ਏਕੜ ਦਾ ਮਿਸ਼ਨ ਆ, ਤੇ ਇਹਨੇ 40 ਏਕੜ ਕੰਪਲੀਟ ਕਰਕੇ ਹੀ ਰੁਕਣਾ। ਹਾਂ, ਠੀਕ ਆ। ਸੋ ਜਿੱਦਾਂ ਆਪਾਂ ਘਰਾਂ ਦੇ ਵਿੱਚ ਮੈਪ ਕਰ ਦਿੰਦੇ ਆ, ਜਿਹੜੇ ਸਮਾਰਟ ਅੱਜ ਕੱਲ੍ਹ ਵੈਕਿਊਮ ਵਾਲੇ ਤੇ ਉਹ ਦੂਜੇ ਹੁੰਦੇ ਆ, ਵੀ ਉਸੇ ਤਰੀਕੇ ਦੇ ਨਾਲ ਮੈਪ ਕਰ ਦੋ ਤੇ ਚੱਲਦੇ ਰਹਿੰਦੇ ਆ। ਹਾਂਜੀ ਹਾਂ, ਉਵੇਂ ਚੱਕ ਲੈਣਗੇ ਤੇ ਐਗਜ਼ੈਕਟਲੀ ਉੱਥੋਂ ਦੀ ਵੀ ਲੰਘਣਗੇ, ਜਿੱਥੋਂ ਦੀ ਪੁਰਾਣੇ ਟਾਇਰਾਂ ਦੇ ਨਿਸ਼ਾਨ ਹੋਣਗੇ, ਜਮਾਂ ਉੱਥੋਂ ਦੀ ਲੰਘਣਾ। ਸੋ ਬਿਲਕੁਲ, ਸੋ ਬਹੁਤ ਵਧੀਆ ਜਿਹੜੀ ਇਹ ਨਵੀਂ ਟੈਕਨੋਲੋਜੀ ਆ ਰਹੀ ਆ। ਤੇ ਅਰਸ਼ਦੀਪ ਸਿੰਘ, ਜੇ ਆਪਾਂ ਇਸ ਦੇ ਉੱਤੇ ਇਹ ਗੱਲ ਕਰੀਏ ਵੀ ਇਹ ਟੈਕਨੋਲੋਜੀ ਨੇ ਹੁਣ ਕਿੱਦਾਂ ਫਾਰਮਿੰਗ ਨੂੰ ਬਦਲਣਾ ਹੈ, ਆਪਣੇ ਸਾਹਮਣੇ ਆ, ਕਿੱਦਾਂ ਦਾ ਰਿਸਪੌਂਸ ਤੁਹਾਨੂੰ ਜਿਹੜੀ ਫਾਰਮਿੰਗ ਕਮਿਊਨਿਟੀ ਵੱਲੋਂ ਮਿਲ ਰਿਹਾ? ਨਹੀਂ ਦੇਖੋ, ਟੈਕਨੋਲੋਜੀ ਚਾਹੇ ਤਾਂ ਆਪਾਂ ਅੱਗੇ ਵੀ ਇੰਨੀ ਵਾਰ ਗੱਲ ਕੀਤੀ ਹੈ, ਚਾਹੇ ਤੁਹਾਨੂੰ ਵਧੀਆ ਲੱਗਦੀ ਹੈ ਚਾਹੇ ਨਹੀਂ ਲੱਗਦੀ, ਇਹਦਾ ਕੋਈ ਹੱਲ ਕੋਈ ਨਹੀਂ, ਆਉਣੀ ਹੋਈ ਆਪਣੇ ਕੋਲੇ, ਹੈ ਨਾ। ਤੇ ਜੇ ਆਪਾਂ ਉਧਰ ਜਿਵੇਂ ਜਸਵੀਰ ਸਿੰਘ ਇੱਕ ਦਿਨ ਪ੍ਰੋਗਰਾਮ ਤੇ ਰੇਡੀਓ ਪ੍ਰੋਗਰਾਮ ਤੇ ਗੱਲ ਕਰਦੇ ਸੀ ਵੀ ਜੇ ਤਾਂ ਮੂਹਰੋਂ ਹੋ ਕੇ ਫੜ ਲਾਂਗੇ ਤਾਂ ਸੌਖੇ ਰਹਾਂਗੇ, ਜੇ ਮਗਰੋਂ ਫਿਰ ਪੂੰਛਾਂ ਫਾਣੇ ਚੇਜ਼ ਕਰਨੀਆਂ ਪੈਂਦੀਆਂ ਜਿਵੇਂ ਉਦੋਂ ਫਿਰ ਔਖਾ ਹੋ ਜਾਂਦਾ। ਇਸ ਟਾਈਮ ਅੱਜ ਪਹੁੰਚੇ ਆ, ਇੱਕ ਡੈਮੋ ਚੱਲ ਰਿਹਾ ਆ ਆਟੋਨੋਮਸ ਸੈਲਫ ਡਰਾਈਵਿੰਗ ਜਿਹੜਾ ਉਹ ਟਰੈਕਟਰ ਆ, ਉਸ ਦੇ ਨਾਲ ਆਪਾਂ ਉਸ ਟਰੈਕਟਰ ਦੇ ਮੋੜੇ ਆ। ਕੰਪਨੀ ਬਲੂ ਵਾਈਟ ਆ, ਉਹਨਾਂ ਦੇ CEO ਆਪਣੇ ਨਾਲ ਨੇ। ਸੋ Ben, welcome. Hi, thank you for having us. So talk to us about this tractor. You're making every tractor autonomous now. We find out that we need to make more with less, so we bolt into whatever tractor the grower has, with the idea that through your iPad or telephone you can operate dozens of vehicles while they run in permanent crops in areas with no connectivity, no GPS. And day, night, and so it's any type of tractor and any type of mission. Spray, mow, herbicide. We're going to do harvesting also next year. And any type of crop also. So we're mainly in permanent crops where we're talking about citrus, almonds, pistachios, and nuts. So you're basically working across vineyards. Yeah, apples up north in Washington. So Ben, talk us about your company. When did you guys started? So we started around 6 years ago. We're from Israel. Today we have around 150 people in the company. Working hard, developing in Israel, and employing everything here. We have here the R&D and assembly on the production line, and where we have engineers here, and we are operating in California, in Washington, in Israel, and going to Europe next year. Oh, you're going to Europe next year. So
you said you primarily focused in California and Washington. What's the feedback like from the farmers? So we are very happy to work with the growers for so long. All the growers are with us, and we integrate more and more tractors in their farms. We have small growers, medium growers, and the biggest growers of California and the US. So how many tractors are running across US today? Going on 100 almost, Okay. really soon, which is an amazing number. And our goal is to have around 10,000 tractors running until 2027. Oh, okay. There are 400,000 tractors waiting for vehicles to be bolt in and to deal with aftermarket kits, just like we're doing. Oh, okay. So you basically create any tractor, you make it with your kit. So with this, is this a subscription? What's the cost of converting any conventional tractor to using this kit? So the main idea is that it's a subscription because it's against your operation cost. Okay. And you don't want to invest so much money. You see the return on investment at day one, and whatever your operation cost, our cost is around 50% of that. Oh, okay. So you create a lot of saving from day one, and you pay it on a quarterly basis. So you see the operation, and you can pay, and you can use it as much as you want. You can do double shifts, Okay. 16 hours a day of working of those vehicles, of how many you want. Okay. You save on labor. You save on the amount of chemicals that you spend, because this is accurate. It drives the exact speed, the exact rate, and you save also on the amount of tractors. You don't need so many tractors in your fleet because you can do double shifts. Double shifts, okay. So really nice, and congratulations. It was a really nice demo today. Thank you for coming over, and do good, everybody. Thank you. So ਟਰੈਕਟਰਸ ਨੂੰ ਆਟੋਨੋਮਸ ਬਣਾ ਦੇਣਾ ਆ ਵਿਦਆਊਟ ਡਰਾਈਵਰ, ਬਗੈਰ ਕਿਸੇ ਡਰਾਈਵਰ ਤੋਂ ਇਹ ਟਰੈਕਟਰ ਜਿਹੜੇ ਹੁਣ ਚੱਲ ਰਹੇ ਨੇ ਤੁਹਾਡੇ। ਦੱਸੋ ਕੀ ਕੀ ਹੈ ਇਸ ਟਰੈਕਟਰ ਦੇ ਵਿੱਚ, ਕੀ ਖੂਬੀਆਂ ਨੇ, ਕੀ ਕੀ ਲੱਗਾ ਇਹਦੇ ਵਿੱਚ? ਹਾਂਜੀ ਜੀ, ਦੇਖੋ ਖੂਬੀਆਂ ਤਾਂ ਜਿਵੇਂ ਤੁਸੀਂ ਹੁਣ ਦੱਸਿਆ ਹੁਣੇ ਵੀ ਟਰੈਕਟਰ ਦੇ ਵਿੱਚ ਡਰਾਈਵਰ ਦੀ ਲੋੜ ਨਹੀਂ ਹੈ। ਸਾਨੂੰ ਜਿੰਨੀ ਕੁ ਲੇਬਰ ਦੀ ਸ਼ਾਰਟੇਜ ਹੁੰਦੀ ਆ ਉਸ ਹਿਸਾਬ ਨਾਲ ਸਾਡੀ ਕਾਫੀ ਹੈਲਪ ਹੋ ਜਾਂਦੀ ਆ। ਠੀਕ ਆ, ਹੈ ਨਾ ਜੀ। ਤੇ ਇਹ ਜਿਹੜੇ ਟਰੈਕਟਰ ਆਪਾਂ ਦੇਖ ਰਹੇ ਹਾਂ ਹੁਣ ਸਾਹਮਣੇ ਆਪਣੇ, ਇਹ ਨਾਰਮਲ ਟਰੈਕਟਰ ਆ ਨਿਊ ਹਾਲੈਂਡ ਦਾ। ਠੀਕ ਆ। ਇਹਦੇ ਉੱਤੇ ਕਿੱਟ ਲੱਗੀ ਹੋਈ ਆ ਇਕੱਲੀ। ਸੋ ਤੁਸੀਂ ਇਹਨੂੰ ਬਾਅਦ ਚ ਮੋਡੀਫਾਈ ਕੀਤਾ ਹੈ ਜਿੱਦਾਂ? ਹਾਂਜੀ, ਆਪਾਂ ਜੇ ਕਹਿ ਦਈਏ ਵੀ ਮੋਡੀਫਾਈ ਤਾਂ ਸਹੀ ਨਹੀਂ, ਸ਼ਬਦ ਸਹੀ ਨਹੀਂਗਾ। ਠੀਕ ਆ। ਆਪਾਂ ਉਹਦੇ ਵਿੱਚ ਐਡ ਚੀਜ਼ਾਂ ਕਰਤੀਆਂ, ਆਪਾਂ ਇਹਨੂੰ ਕੁਝ ਵੀ ਬਦਲਿਆ ਨਹੀਂ ਹੈ ਉਹਦਾ, ਹਨਾ। ਅੱਛਾ, ਇੰਸਟਾਲ ਐਕਸਟਰਾ ਜਿਹੜੀਆਂ ਕੀਤੀਆਂ ਆ। ਠੀਕ ਆ। ਤੇ ਉਹਦੇ ਤੇ ਜਿਹੜੀ ਅੱਡ ਜਿਹੜੇ ਸੈਂਸਰ ਆ ਜਾਂ ਕਮਿਊਨੀਕੇਸ਼ਨ ਆ ਸਾਰੀ ਉਹ ਐਡ ਕਰਤੀ ਆ, ਤੇ ਉਹਦੇ ਨਾਲ ਟਰੈਕਟਰ ਆ ਜਿਹੜਾ ਉਹ ਬਿਨਾਂ ਡਰਾਈਵਰ ਤੋਂ ਚੱਲਣ ਲੱਗ ਜਾਂਦਾ। ਸੋ ਕਿਹੜੇ ਕਿਹੜੇ ਸੈਂਸਰ ਇਸ ਦੇ ਵਿੱਚ ਲੱਗੇ ਨੇ? ਦੇਖੋ, ਜੇ ਆਪਾਂ ਦੇਖੀਏ ਸ਼ੁਰੂ ਤੋਂ ਕਰ ਲੈਂਦੇ ਆ, ਹਨਾ, ਫਰੰਟ ਤੋਂ। ਫਰੰਟ ਤੋਂ ਆ ਲਾਈਡਰ ਕਹਿੰਦੇ ਨੇ ਇਹਨੂੰ। ਠੀਕ ਹੈ ਜੀ, ਆ ਕੈਮਰਾ ਲੱਗਿਆ ਹੋਇਆ ਨਾਲ। ਠੀਕ ਹੈ। ਸੋ ਇਹਨੇ ਰਾਹ ਦੇਖਣਾ ਹੁੰਦਾ ਆ, ਆਬਜੈਕਟਸ ਦੇਖਣੇ, ਰਸਤੇ 'ਚ ਅੜਚਣਾ ਦੇਖਣੀਆਂ, ਕੀ ਇਹਦਾ ਰੋਲ ਕੀ ਇਹਦਾ? ਕੈਮਰੇ ਦਾ ਰੋਲ ਹੁੰਦਾ ਵੀ ਇਹਨੇ ਦੇਖਣਾ ਮੂਰੇ ਆ ਕੀ ਰਿਹਾ। ਠੀਕ ਹੈ। ਕਿਉਂਕਿ ਜਿਹੜਾ ਬੰਦਾ ਰਿਮੋਟਲੀ ਚਲਾ ਰਿਹਾ ਟਰੈਕਟਰ ਨੂੰ, ਹਨਾ, ਬੈਠਾ ਜਿਹੜਾ ਮੋਨੀਟਰ ਕਰ ਰਿਹਾ, ਉਹਨੂੰ ਦੇਖਣਾ ਵੀ ਚਾਹੀਦਾ ਵੀ ਆਲੇ ਦੁਆਲੇ ਕੀ ਹੋ ਰਿਹਾ। ਸੋ ਇੱਥੇ ਬਹਿ ਕੇ ਨਹੀਂ ਚਲਾਉਣਾ, ਉੱਥੋਂ ਬਹਿ ਕੇ ਚਲਾਉਣਾ ਆ। ਇਹਦੇ ਨਾਲ ਲੇਬਰ ਸ਼ਾਰਟੇਜ ਦਾ ਕਿੱਦਾਂ ਆਪਣਾ ਕਨਸੈਪਟ ਕਲੀਅਰ ਹੋਊਗਾ ਫਿਰ? ਜਿਵੇਂ ਇੱਕ ਆਪਰੇਟਰ 5 ਤੋਂ 5-6 ਟਰੈਕਟਰ ਚਲਾ, ਸੋ ਮਤਲਬ ਇੱਕ ਜਣਾ ਹੀ 5-6 ਜਿਹੜਾ ਉਹ ਚਲਾ ਸਕਦਾ। ਸੋ 5 ਜਣੇ ਨਹੀਂ ਚਾਹੀਦੇ ਉਹਦੇ ਲਈ ਫਿਰ ਇਦਾਂ। ਨਾਲੇ ਉਹ ਆਫਿਸ 'ਚ ਬਹਿ ਕੇ ਜਾਂ ਕਿਤੇ ਪਿਕਅਪ 'ਚ ਬਹਿ ਕੇ ਕਿਤੇ ਵੀ ਬਹਿ ਕੇ ਚਲਾ ਸਕਦਾ, ਘੱਟੇ ਮਿੱਟੀ ਤੋਂ ਦੂਰ। ਹਾਂ, ਠੀਕ ਆ। ਠੀਕ ਹੈ ਜੀ। ਤੇ ਉਦੋਂ ਬਾਅਦ 'ਚ ਲਾਈਡਰ ਆ। ਲਾਈਡਰ ਦਾ ਲਾਈਡਰ ਆ ਜਿਹੜਾ, ਇਹਦਾ ਫੰਕਸ਼ਨ ਤਾਂ ਇਹੀ ਹੈ ਵੀ ਆਬਸਟੀਕਲ ਡਿਟੈਕਟ ਕਰਨੀ ਹੈ, ਡਿਟੈਕਟ ਕਰਨਾ ਹੈ। ਹਾਂ, ਜੇ ਕੁਛ ਆ ਜਾਂਦਾ ਤਾਂ ਫਿਰ ਜਿਹੜਾ ਵਿਜ਼ੀਬਲ ਨਹੀਂ ਆ ਉਹਨੂੰ ਵੀ ਇਹ ਜਿਹੜਾ ਕਿੰਨਾ ਰਿਫਲੈਕਟ ਹੋ ਕੇ ਆਉਂਦਾ। ਠੀਕ ਆ, ਓਕੇ। ਠੀਕ ਹੈ ਜੀ। ਤੇ ਉਹਨੂੰ ਫਿਰ ਜੇ ਕੁਛ ਮੂਹਰੇ ਚੀਜ਼ ਆ ਜਾਂਦੀ ਹੈ ਤਾਂ ਇਹ ਫਿਰ ਰੋਕ ਦਿੰਦਾ, ਸਿਸਟਮ ਨੂੰ ਸ਼ਟ ਡਾਊਨ ਕਰ ਦਿੰਦਾ। ਸੋ ਟਰੈਕਟਰ ਰੁਕ ਜਾਂਦਾ ਫਿਰ ਆਪਦੇ ਆਪ, ਆਪਣੇ ਆਪ ਹੀ ਰੁਕ ਜਾਂਦਾ। ਫਿਰ ਉਹ ਜਿਹੜਾ ਆਪਰੇਟਰ ਹੁੰਦਾ ਜਿਹੜਾ ਬੈਠਾ ਰਿਮੋਟਲੀ, ਉਹਨੇ ਸਾਰਾ ਕੁਝ ਸੈੱਟ ਕਰਕੇ ਦੁਬਾਰਾ ਸਟਾਰਟ ਦੁਬਾਰਾ ਚਾਲੂ ਕਰਨਾ। ਉਹਨੂੰ ਆਉਣਾ ਪੈਂਦਾ ਫਿਜ਼ੀਕਲੀ ਜਾਂ ਉਦਾਂ ਵੀ ਚੱਲ ਜਾਂਦਾ? ਆਪਸ਼ਨ ਹੁੰਦੀ ਹੈ, ਜੇ ਤਾਂ ਦੇਖੋ ਕੋਈ ਡੈਮੇਜ ਹੋਇਆ ਫਿਰ ਤਾਂ ਉਹਨੂੰ ਆਉਣਾ ਪੈਂਦਾ। ਠੀਕ ਹੈ। ਤੇ ਜੇ ਮਤਲਬ ਕਈ ਵਾਰ ਉਹੀ ਆ ਜਾਂਦੀ, ਕੋਈ ਚੀਜ਼ ਮੂਹਰੇ ਆ ਗਈ, ਹੈ ਨਾ। ਠੀਕ ਆ। ਤੇ ਉਦੋਂ ਇਹ ਵੀ ਕਦੀ ਹੋਇਆ ਵੀ ਕੁੱਤਾ ਬਿੱਲੀ ਫਿਰਦੀ ਜਾਂ ਕੋਈ ਇਦਾਂ ਦੀ ਚੀਜ਼ ਵੀ ਆ ਕੇ ਇਦਾਂ ਵੀ ਰੁਕ ਜਾਂਦਾ? ਕੋਇਓਟੀ ਵਗੈਰਾ ਆ ਗਿਆ ਤੇ ਉਹਨੇ ਰੋਕ ਲੈਣੀ ਹੈ। ਇਹ ਆਮ ਹੀ ਹੋ ਜਾਂਦੀ ਹੈ ਜੀ। ਤੇ ਮੱਡ ਗਾਰਡ?
ਇਹ ਹਾਂਜੀ ਇਹ ਤਾਂ ਇਹ ਆ ਵੀ ਸੇਫਟੀ ਫੀਚਰ 'ਚ ਹੀ ਐਡ ਕੀਤਾ ਹੋਇਆ ਫਿਜ਼ੀਕਲ ਬੈਰੀਅਰ ਆ ਕਿ ਬਾਈ ਚਾਂਸ ਜਿਹੜਾ ਸਾਡਾ ਵਰਚੁਅਲ ਸਿਸਟਮ ਹੈ ਫੇਲ ਹੋ ਜੇ ਕਿਸੇ ਤਰੀਕੇ ਨਾਲ ਫੇਲ ਸੇਫ ਆ ਹਾਂ ਫੇਲ ਸੇਫ ਆ ਫਿਰ ਇਹ ਜੇ ਹਿੱਟ ਕਰਦਾ ਤਾਂ ਫਿਰ ਨਾਲ ਦੀ ਨਾਲ ਹੀ ਰੁਕ ਜਾਊਗਾ। ਸੋ ਇਹ ਵੀ ਸੈਂਸਰ ਹੈ ਇੱਥੇ ਜਿਹੜਾ ਆਟੋਮੈਟਿਕਲੀ ਰੁਕ ਜਾਂਦਾ ਹੈ ਜਿਹਦੇ ਨਾਲ? ਹਾਂਜੀ ਇਹਦੇ 'ਚ 2 ਸੈਂਸਰ ਲੱਗੇ ਹੋਏ ਨੇ ਆਲੇ ਦੁਆਲੇ। ਓਕੇ ਇਹ ਦੋਨੇ ਸੈਂਸਰ ਹੀ ਇਹਨੂੰ ਜਦੋਂ ਕੱਟ ਹੋ ਜਾਂਦਾ ਸਿਗਨਲ ਠੀਕ ਹੈ ਸਿਸਟਮ ਨੂੰ ਸ਼ਟ ਡਾਊਨ ਕਰਦਾ। ਸੋ ਇੱਕ ਤਾਂ ਵੀ ਦੇਖ ਕੇ ਬੰਦ ਹੋ ਸਕਦਾ ਆ, ਇੱਕ ਇਹ ਤੋਂ ਜਿਹੜਾ ਚੱਲਦਾ ਕਿੱਦਾਂ ਆ, ਜਿਹੜੀ ਮੇਨ ਗੱਲ ਆ ਇਹ ਤਾਂ ਰੋਕਣ ਦੀ ਗੱਲ ਹੋ ਗਈ ਨਾ, ਚੱਲਦਾ ਕਿੱਦਾਂ ਆ ਬਗੈਰ ਕੋਈ ਡਰਾਈਵਰ ਬੈਠੇ ਇਹਨੂੰ ਗੇਅਰ 'ਚ ਕਿੱਦਾਂ ਪਾਉਣਾ, ਸਟੀਅਰਿੰਗ ਕਿੱਦਾਂ ਮੁੜਨਾ ਆ, ਜੇ ਤੁਸੀਂ ਥੋੜਾ ਐਕਸਪਲੇਨ ਕਰੋ, ਬ੍ਰੇਕ ਕਿੱਦਾਂ ਲੱਗਦੀ ਆ, ਰੇਸ ਕਿੱਦਾਂ ਹੁੰਦੀ ਹੈ ਇਹਦੀ? ਦੇਖੋ ਜਿਹੜਾ ਤਾਂ ਸਟੀਅਰਿੰਗ ਆ ਤੁਸੀਂ ਦੇਖ ਸਕਦੇ ਆ ਤੇ ਮੋਟਰ ਲੱਗੀ ਹੋਈ ਹੈ ਦੂਜੀ ਠੀਕ ਹੈ ਕਰਨ ਨੂੰ ਹਨਾ, ਇਹ ਆਪਦੇ ਆਪ ਹੀ ਸਿਗਨਲ ਨਾਲ ਘਮਾਉਂਦੀ ਰਹਿੰਦੀ ਹੈ। ਠੀਕ ਹੈ ਜੀ। ਤੇ ਜਿਹੜੇ ਬ੍ਰੇਕਸ ਆ ਜੇ ਆਪਾਂ ਦੇਖ ਸਕਦੇ ਉਹ ਪਰਲੀ ਸਾਈਡ ਤੇ ਆ ਤਾਂ ਉਹਦੇ ਉੱਪਰ ਐਕਚੁਏਟਰ ਲੱਗਿਆ ਹੋਇਆ ਮਕੈਨੀਕਲ ਆਹ ਵਾਲਾ। ਹਾਂਜੀ ਠੀਕ ਹੈ। ਇਹਨੇ ਉਹਨੂੰ ਪੁਸ਼ ਕਰ ਦੇਣਾ, ਸਟਾਪ ਕਰ ਦੇਣਾ। ਠੀਕ ਹੈ ਜੀ। ਇੱਕ ਗੇਅਰ ਜਿਹੜੀ ਵੀ ਸਪੀਡ ਤੇ ਗੇਅਰ ਤੇ ਕਰਕੇ ਤੁਸੀਂ ਕੇਰਾਂ ਛੱਡ ਦੇਣਾ, ਫਿਰ ਇਹਨੇ ਉਹਦੇ ਵਿੱਚ ਹੀ ਆਪਦੇ ਇੱਕੋ ਗੇਅਰ ਦੇ ਵਿੱਚ ਹੀ ਉਹਨੇ, ਕਿਉਂਕਿ ਵੈਸੇ ਵੀ ਤਾਂ ਸਲੋ ਹੀ ਚਲਾਉਣਾ ਹੁੰਦਾ ਹੈ ਉਹਦੇ ਵਿੱਚ। ਠੀਕ ਆ। ਸੋ ਇਹ ਕਮਿਊਨੀਕੇਸ਼ਨ ਦਾ ਕਨਸੈਪਟ ਕਿੱਥੇ ਆ? ਇਹਦੇ ਨਾਲ ਇੱਕ ਐਕਸਟਰਾ ਜਿਹੜਾ ਕੰਪਿਊਟਰ ਲੱਗਦਾ ਹੈ ਫਿਰ ਤੁਹਾਡੇ ਵੱਲੋਂ? ਹਾਂਜੀ ਉਹ ਜਿਹੜਾ ਕੰਟਰੋਲ ਬਾਕਸ ਆ ਗ੍ਰੇ ਕਲਰ ਦਾ ਉਹਦੇ ਚ ਜਿਹੜਾ ਦਿਮਾਗ ਸਾਰਾ ਉਹਦੇ ਚ ਇਹਦਾ। ਓਕੇ ਉੱਥੋਂ ਸਾਰੇ ਸਿਗਨਲ ਆਉਣੇ ਨੇ। ਉੱਪਰ ਸਕਰੀਨ ਲੱਗੀ ਹੋਈ ਹੈ, ਜੇ ਤੁਸੀਂ ਮੈਨੂਅਲੀ ਕੋਈ ਉਹਦੇ ਚ ਚੇਂਜ ਕਰਨੀ ਹੈ, ਜੇ ਟਰੈਕਟਰ ਤੇ ਬਹਿ ਕੇ ਵੀ ਕਿਸੇ ਨੇ ਚੇਂਜ ਕਰਨੀ ਹੈ ਠੀਕ ਹੈ ਨਾ, ਤਾਂ ਉਹਦੇ ਤੇ ਕਰ ਸਕਦੇ ਆ। ਸਾਰੀਆਂ ਚੀਜ਼ਾਂ ਉਹਦੇ ਤੇ ਦਿਖ ਜਾਂਦੀਆਂ ਤੇ ਰਿਮੋਟਲੀ ਤੁਹਾਡੇ ਲੈਪਟਾਪ ਤੇ ਵੀ ਦਿਖ ਜਾਂਦੀਆਂ ਨੇ। ਕਿੰਨੇ ਕੈਮਰੇ ਆ ਟੋਟਲ ਇਹਦੇ ਵਿੱਚ ਲੱਗੇ ਹੋਏ? ਅੱਗੇ ਪਿੱਛੇ ਸਾਰੇ ਪਾਸੇ ਹੀ ਆ ਕੈਮਰੇ? ਹਾਂਜੀ 3 ਕੈਮਰੇ ਲੱਗੇ, ਇੱਕ ਇੱਥੇ ਲੱਗਿਆ ਹੋਇਆ, ਇੱਕ ਮੂਰੇ ਲੱਗਿਆ ਤੇ ਇੱਕ ਇਹਦੇ ਪਿਛਲੇ ਸਾਈਡ ਲੱਗਿਆ ਹੋਇਆ। ਤੇ ਇਹ ਕਮਿਊਨੀਕੇਸ਼ਨ ਦਾ ਇਹਦਾ ਸੈਟੇਲਾਈਟ ਦਾ, ਇਹ ਸੈਟੇਲਾਈਟ ਦਾ ਲਿੰਕ ਆ ਕਿੱਦਾਂ ਆ ਇਹ ਵਾਲਾ? ਇਹ ਕਮਿਊਨੀਕੇਸ਼ਨ ਮੋਡਿਊਲ ਕਹਿੰਦੇ ਆ ਅਸੀਂ ਇਹਨੂੰ। ਇਹਨੇ ਹੀ ਸਾਰੀ ਕਰਨੀ ਹੈ ਸੈਟੇਲਾਈਟ ਨਾਲ ਜਿੰਨੀ ਵੀ ਕਮਿਊਨੀਕੇਸ਼ਨ। ਜਿਹੜਾ ਆਪਰੇਟਰ ਉੱਥੇ ਬੈਠਾ ਦੂਜੇ ਪਾਸੇ ਚਲਾ ਰਿਹਾ ਜਾਂ ਉੱਤੋਂ ਵੀ ਜਿਹੜਾ ਸੈਟੇਲਾਈਟ ਤੋਂ ਚੈਨਲ ਸਾਨੂੰ ਸਿਗਨਲ ਆਉਂਦਾ ਉਹ ਇਹਨੇ ਐਂਟੀਨਾਸ ਨਹੀਂ, ਇਹਨਾਂ ਨੇ ਸਾਰਿਆਂ ਨੇ ਗ੍ਰੈਬ ਕਰਨਾ। ਠੀਕ ਹੈ ਨਾ। ਤੇ ਜਿਵੇਂ ਹੁਣ ਕੋਈ ਨਾ ਕੋਈ ਆਪਾਂ ਨੂੰ ਤਰੀਕਾ ਕਰਨਾ ਪੈਂਦਾ ਵੀ ਇਹ ਕਿਵੇਂ ਕਮਿਊਨੀਕੇਟ ਕਰਨਗੇ। ਇਹਨੇ ਸਿਮ ਕਾਰਡ ਪਾਏ ਹੁੰਦੇ ਨੇ ਜਿਹੜੇ ਆਪਾਂ ਫੋਨ 'ਚ ਵਰਤਦੇ ਆ। ਓਕੇ ਠੀਕ, ਉਹਦੇ ਨਾਲ ਸਾਰੀ ਫਿਰ ਕਮਿਊਨੀਕੇਸ਼ਨ ਹੁੰਦੀ ਹੈ। ਕੀ ਉਹ ਤੋਂ ਬਗੈਰ ਨਹੀਂ ਹੈਗਾ? ਇਹ ਸੈੱਲ ਕਮਿਊਨੀਕੇਸ਼ਨ ਦੇ ਨਾਲ ਚੱਲਦਾ? ਸੈੱਲ ਕਮਿਊਨੀਕੇਸ਼ਨ ਦੇ ਨਾਲ ਚੱਲਦਾ। ਹੌਲੀ ਹੌਲੀ ਜਦੋਂ ਟੈਕਨੋਲੋਜੀ ਡਿਵੈਲਪ ਹੋ ਜੂਗੀ ਤਾਂ ਜਿਹੜੇ ਆਪਦੇ ਸਟੇਸ਼ਨ ਲੱਗ ਸਕਦੇ ਨੇ, ਪਰ ਹਜੇ ਉਹ ਸਟੈਪ ਤੇ ਨਹੀਂ ਅਸੀਂ ਆਏ ਜੀ। ਤੇ ਇਹ ਬਹੁਤ ਸਾਰੇ ਕੀ ਤੁਹਾਨੂੰ ਇਹ ਵੀ ਚੈਲੰਜਸ ਆਏ ਆ ਵੀ ਜਿੱਥੇ ਕਮਿਊਨੀਕੇਸ਼ਨ ਘੱਟ ਆ ਜਾਂ ਸਿਗਨਲ ਨਹੀਂ ਆ, ਫਿਰ ਉੱਥੇ ਕਿੱਦਾਂ ਮੈਨੇਜ ਕੀਤਾ ਜਾਂਦਾ ਹਾਲ ਦੀ ਘੜੀ? ਕਿ ਅਜੇ ਨਹੀਂ ਕਰ ਰਹੇ ਉੱਥੇ? ਨਹੀਂ ਉੱਥੇ ਫਿਰ ਅਸੀਂ ਆਦੇ ਸੈੱਲ ਫੋਨ ਜਿਹੜੇ ਐਕਸਟੈਂਡਰ ਜਾਂ ਬੂਸਟਰ ਵਗੈਰਾ ਐਡ ਕਰ ਲੈਂਦੇ ਆ ਤੇ ਜਾਂ ਫਿਰ ਦੇਖਦੇ ਆ ਵੀ ਕਿਹੜੀ ਸਰਵਿਸ ਚੱਲ ਰਹੀ ਹੈ ਸਹੀ ਉੱਥੇ। ਓਕੇ ਠੀਕ ਆ। ਉਹ ਟ੍ਰਾਇਲ ਐਂਡ ਟੈਸਟ ਹੀ ਆ। ਜਦੋਂ ਫੀਲਡ ਮੈਪ ਹੁੰਦਾ ਉਦੋਂ ਪਤਾ ਲੱਗ ਜਾਂਦਾ ਵੀ ਕਿਹੜੀ AT&T ਚੱਲਦਾ, ਵਰਾਈਜ਼ਨ ਚੱਲਦਾ, ਜਿਹੜਾ ਵੀ ਉਹਦਾ ਫਿਰ ਉਹ ਉੱਥੇ ਕੋਈ ਲੇਟੈਂਸੀ ਜਾਂ ਲੈਗ ਜਾਂ ਇਦਾਂ ਦੀ ਚੀਜ਼ ਦੀ ਕੋਈ ਪ੍ਰੋਬਲਮ ਇਦਾਂ ਦੀ ਤਾਂ ਨਹੀਂ ਆਉਂਦੀ ਵੀ ਸਿਗਨਲ ਘੱਲਿਆ ਪਹੁੰਚਿਆ ਨਹੀਂ ਜਾਂ ਕੁਛ ਇਦਾਂ ਦੀ ਚੀਜ਼? ਨਹੀਂ ਇਹ ਤਾਂ ਨਹੀਂ ਪ੍ਰੋਬਲਮ, ਪਰ ਇਹ ਕਦੇ ਕਦੇ ਆ ਜਾਂਦੀ ਆ ਵੀ ਸਿਗਨਲ ਕਈ ਜਗ੍ਹਾ ਜਦੋਂ ਬਾਹਲੇ ਰਿਮੋਟ ਹੋ ਜਾਂਦੇ ਉੱਥੇ ਜਾ ਕੇ ਲਾਸਟ ਹੋਣ ਲੱਗ ਜਾਂਦਾ, ਵੀਕ ਹੋ ਜਾਂਦਾ ਬਹੁਤ। ਓਕੇ ਠੀਕ ਆ। ਹਾਂ ਤੇ ਲੈਗ ਵਾਲੀ ਤਾਂ ਕੋਈ ਪ੍ਰੋਬਲਮ ਨਹੀਂ। ਤੇ ਜਦੋਂ ਤੁਸੀਂ ਇਸ ਨੂੰ ਕਿਸੇ ਵੀ ਖੇਤ ਦੇ ਵਿੱਚ ਚਲਾਉਣਾ ਸ਼ੁਰੂ ਕਰਦੇ ਆ ਕਿ ਉਹਨੂੰ ਪਹਿਲਾਂ ਮੈਪ ਕਰਦੇ ਆ, ਇਹਦਾ ਰਾਹ ਦੱਸਿਆ ਜਾਂਦਾ ਇਹਨੂੰ ਵੀ ਇਹਨੇ ਕਿੱਦਾਂ ਜਾਣਾ ਹੈ? ਹਾਂਜੀ ਉਦੋਂ ਨਾ ਮੈਪਿੰਗ ਕਿੱਟ ਹੁੰਦੀ ਸਾਡੀ, ਉਹ ਜਿਹੜੀ ਆਪਣੇ ATV ਤੇ ਲੱਗੀ ਹੁੰਦੀ ਆ। ਸੇਮ ਹੀ ਆ ਸਾਰਾ ਸੈਟਅਪ ਇਹਦੇ ਵਾਲਾ। ਠੀਕ ਹੈ। ਪਰ ਉਹ ATV ਤੇ ਲੱਗਿਆ ਹੁੰਦਾ। ਹਾਂ ਤੇ ਉਹਨੇ ਸਾਰੇ ਖੇਤ ਦੇ ਵਿੱਚ ਗੇੜਾ ਦੇਣਾ ਇੱਕ ਵਾਰੀ। ਵਨ ਟਾਈਮ ਥਿੰਗ ਹੈ। ਵਨ ਟਾਈਮ ਉਹਨੇ ਸਾਰਾ ਮੈਪ ਕਰਨਾ ਫਿਜ਼ੀਕਲੀ। ਉਹ ਤੋਂ ਤੁਹਾਡੀ ਗਾਲੇ ਆਉਂਦੀ ਆ ਜਾਂ ਤੁਸੀਂ ਸਿੱਧਾ ਗਰੋਵਰ ਨੂੰ ਦੇ ਦਿੰਦੇ ਆ ਵੀ ਭਾਈ ਤੂੰ ਮੈਪ ਕਰਦੇ ਆਪਣੇ ਆਪ? ਨਹੀਂ ਸਾਰਾ ਕੁਝ ਅਸੀਂ ਕਰਦੇ। ਅੱਛਾ ਗਰੋਵਰ ਦੀ ਕੋਈ ਟੈਨਸ਼ਨ ਨਹੀਂ ਹੈ। ਹਾਂ ਆਪਰੇਟ ਵੀ ਤੁਸੀਂ ਕਰਨਾ? ਆਪਰੇਟ ਵੀ ਅਸੀਂ ਕਰਨਾ, ਮੈਪ ਵੀ ਅਸੀਂ ਕਰਨਾ। ਕੱਲ ਨੂੰ ਕੋਈ ਟਰੈਕਟਰ ਖੜਦਾ ਸਾਡੇ ਸਿਸਟਮ ਕਰਕੇ ਉਹ ਵੀ ਅਸੀਂ ਕਰਨਾ। ਜੇ ਕੋਈ ਟਰੈਕਟਰ ਦਾ ਮੂੰਹ ਮਕੈਨੀਕਲ ਫਾਲਟ ਆਇਆ ਉਹ ਗਰੋਵਰ ਨੂੰ ਦੱਸ ਦੇਣਾ, ਉਦੋਂ ਉਹਨੇ ਆਪਦੀ ਕਾਲ ਕਰਕੇ ਜਿਹੜਾ ਵੀ ਉਹ ਰਿਪੇਅਰ। 24/7 ਸਰਵਿਸ ਆ ਤੁਹਾਡੀ? 24/7 ਸਰਵਿਸ। ਤੇ ਇਹਦੇ ਨਾਲ ਜਿੱਦਾਂ ਤੁਸੀਂ ਲੇਬਰ ਦੀ ਗੱਲ ਕੀਤੀ ਸੀ, ਮਿਲਦੇ ਘੱਟ ਆ ਜਾਂ ਖਰਚਾ ਕਿੱਦਾਂ ਘਟਦਾ ਇਹਦੇ ਨਾਲ? ਖਰਚਾ ਦੇਖੋ ਇੱਕ ਤਾਂ ਇਹੀ ਹੈ ਵੀ ਜਿੰਨੀ ਕਿ ਇਹਦੀ ਸਿਸਟਮ ਦੀ ਕਾਸਟ ਆ ਉਹ ਤਾਂ ਕੈਬ ਦੀ ਆ ਜਾਂਦੀ ਹੈ ਆਪਣੀ। ਜਿਹੜਾ ਉੱਤੇ ਲਾਉਣਾ ਲੋਡ ਪੈਂਦੀ ਹੈ ਨਾ। ਤੇ ਬਾਕੀ ਇਹਦੇ AC ਨਹੀਂ ਚੱਲਣਾ, ਡੀਜ਼ਲ ਘੱਟ ਖਰਚ ਹੋਊਗਾ, ਓਬਵੀਅਸਲੀ ਗੱਲ ਆ। ਕਿਸੇ ਨੇ ਕਾਲ ਇਨ ਨਹੀਂ ਕਰਨਾ, ਕੋਈ ਸਿੱਕ ਨਹੀਂ ਹੋਣਾ। ਸੇਫਟੀ ਬਹੁਤ ਵੱਡਾ ਫੈਕਟਰ, ਕਿਉਂਕਿ ਜਦੋਂ ਸਪਰੇਆਂ ਵਗੈਰਾ ਕਰਦੇ ਆ, ਜਦੋਂ ਹਿਊਮਨ ਨਾਲੇ ਹੁੰਦਾ ਬੰਦਾ ਤੇ ਉਹਦੇ 'ਚ ਹਮੇਸ਼ਾ ਰਿਸਕ ਤਾਂ ਹੁੰਦਾ ਹੀ ਆ, ਉਹ ਸਾਰੇ ਰਿਸਕ ਕੱਟੇ ਜਾਂਦੇ ਨੇ। ਠੀਕ ਹੈ ਜੀ। ਓਵਰਆਲ ਜਦੋਂ ਆਪਾਂ ਦੇਖਦੇ ਆ ਤਾਂ ਫਿਰ ਰਿਟਰਨ ਆਫ ਇਨਵੈਸਟਮੈਂਟ ਬਹੁਤ ਛੇਤੀ ਹੋ ਜਾਂਦੀ ਹੈ। ਕੁਛ ਮਹੀਨਿਆਂ 'ਚ? ਕੁਛ ਸਾਲਾਂ 'ਚ। 1 ਤੋਂ 2 ਸਾਲ ਤੁਹਾਡੇ ਆਪਰੇਸ਼ਨ ਤੇ ਵੀ ਡਿਪੈਂਡ ਕਰਦਾ ਤੁਸੀਂ ਟਰੈਕਟਰ ਕਿੰਨਾ ਕੁ ਯੂਜ਼ ਕਰਦੇ ਹੋ। ਤੁਸੀਂ ਜਿਹੜੇ ਕਿੱਟ ਆ ਸੈੱਲ ਕਰਦੇ ਆ ਜਾਂ ਸਬਸਕ੍ਰਾਈਬ ਕਰਨਾ ਪੈਂਦਾ ਤੁਹਾਡੀ ਇਹਦੇ ਲਈ? ਕਿੱਟ ਨਹੀਂ ਸੈੱਲ ਕਰਦੇ, ਇਹ ਸਰਵਿਸ ਸੈੱਲ ਕਰਦੇ। ਸਰਵਿਸ ਸੈੱਲ ਕਰਦੇ। ਕਿੱਟ ਤੁਹਾਡੇ ਵੱਲੋਂ ਇਨਕਲੂਡਡ ਆ ਉਸ ਸਰਵਿਸ ਦੇ ਵਿੱਚ? ਉਹ ਸਰਵਿਸ ਹੈਗੀ ਆ ਵੀ ਕਿੰਨੇ ਟਰੈਕਟਰ ਨੇ ਤੁਹਾਡੇ ਕੋਲ। ਓਕੇ ਡਿਪੈਂਡ ਕਰਦਾ ਵੀ ਉਸ ਹਿਸਾਬ ਦੇ ਨਾਲ ਆ।
ਠੀਕ ਆ। ਤੇ ਇਹਦੇ ਨਾਲ ਜਿੱਦਾਂ ਸਪਰੇਅ ਦੀ ਗੱਲ ਕੀਤੀ, ਹੋਰ ਕਿਹੜੀਆਂ ਇਹ ਜਿਹੜਾ ਆਟੋਮੈਟਿਕਲੀ ਆਪੇ ਚੱਲਣ ਵਾਲਾ ਜਿਹੜਾ ਟਰੈਕਟਰ ਆ, ਕਿੱਦਾਂ ਕੀ ਆਪਰੇਟਰ ਤੋਂ ਬਗੈਰ ਵੀ ਚੱਲ ਜਾਂਦਾ ਇਹ ਨਾਲੇ? ਹਾਂਜੀ, ਸਾਰਾ ਕੁਝ ਚਲਾ ਸਕਦੇ ਆ, ਜਿਹੜਾ ਮਰਜ਼ੀ ਤੁਸੀਂ ਇੰਪਲੀਮੈਂਟ ਲਾ ਲਓ। ਹਾਂ ਜਿੰਨੀਆਂ ਕੁ ਆਪਾਂ ਲਾਉਣੀਆਂ ਹੁੰਦੀਆਂ ਨੇ, ਹਨਾ, ਸਪਰੇਅਰ ਹੋਇਆ, ਵੀਡ ਸਪਰੇਅਰ ਹੋਇਆ, ਜਾਂ ਫੋਲੀਅਰ ਸਪਰੇਅਰ ਹੋਇਆ, ਮੋਇੰਗ ਹੋਈ, ਡਿਸਕਿੰਗ ਹੋਈ, ਉਹ ਸਾਰੀਆਂ ਚੀਜ਼ਾਂ ਆਪਾਂ ਕੀਤੀਆਂ ਜਾ ਸਕਦੀਆਂ ਤੇ ਇਸ ਟਾਈਮ ਕਿੰਨੇ ਕੁ ਜਿਹੜੇ ਤੁਹਾਡੇ ਟਰੈਕਟਰ ਆ ਓਵਰਆਲ ਚੱਲ ਰਹੇ ਆ, ਕਿਹੜੀਆਂ ਸਟੇਟਸ ਦੇ ਵਿੱਚ ਤੁਸੀਂ ਹੈਗੇ ਆ ਇਸ ਟਾਈਮ? ਦੇਖੋ, ਸਾਡੇ ਕੋਲ ਕੋਈ 100 ਦੇ ਕਰੀਬ ਟਰੈਕਟਰ ਹੈਗੇ ਜਿਹੜੇ ਜਾਂ ਤਾਂ ਇਨ ਪ੍ਰੋਸੈਸ ਆ ਜਾਂ ਖੇਤਾਂ 'ਚ ਚੱਲ ਰਹੇ ਨੇ। ਵਾਸ਼ਿੰਗਟਨ ਤੇ ਕੈਲੀਫੋਰਨੀਆ 2 ਸਟੇਟਾਂ 'ਚ ਅਸੀਂ ਐਕਟਿਵ ਆ ਇਸ ਟਾਈਮ। ਠੀਕ ਆ। ਕਾਫੀ ਜ਼ਿਆਦਾ ਸਕੇਲਿੰਗ ਹੋ ਰਹੀ ਆ ਤੇ ਦੂਜੀਆਂ ਸਟੇਟਾਂ ਤੇ ਇੰਟਰਨੈਸ਼ਨਲੀ ਵੀ ਕਾਫੀ ਮਾਰਕੀਟਸ ਨੂੰ ਐਕਸਪਲੋਰ ਕਰ ਰਹੇ ਆ। ਕਿੱਦਾਂ ਕੰਟੈਕਟ ਕਰਨਾ ਆ ਜੇ ਕੋਈ ਕਿਸਾਨ ਆ ਦੇਖਦਾ ਆ, ਗਰੋਵਰ ਕਹਿੰਦਾ ਯਾਰ ਮੈਂ ਵੀ ਇਹ ਟੈਕਨੋਲੋਜੀ ਦੇ ਵਿੱਚ ਇੰਟਰਸਟਿਡ ਆ, ਵੀ ਮੇਰੇ ਕੋਲ ਟਾਈਮ ਘੱਟ ਆ ਜਾਂ ਜਿੱਦਾਂ ਵੀ ਆ, ਵੀ ਇਹ ਚੀਜ਼ ਕਰਵਾਈ ਜਾ ਸਕਦੀ, ਉਹ ਕਿੱਦਾਂ ਕੰਟੈਕਟ ਕਰ ਸਕਦੇ ਆ? ਦੇਖੋ, ਇੱਕ ਤਾਂ ਤੁਸੀਂ ਵੈਬਸਾਈਟ ਤੇ ਜਾ ਸਕਦੇ ਆ bluewhite.co ਤੇ ਉੱਥੇ ਜਾ ਕੇ ਤੁਸੀਂ ਇਹਨਾਂ ਨੂੰ ਪਾ ਦਿਓ ਕੰਟੈਕਟ ਇਨਫੋਰਮੇਸ਼ਨ, ਜਿਹੜੀ ਰਿਕੁਐਸਟ ਆ ਉਹ ਤੁਹਾਨੂੰ ਆਪੇ ਕੰਟੈਕਟ ਕਰ ਲੈਂਦੀ ਹੈ ਸੇਲਸ ਟੀਮ, ਤੇ ਉਹ ਆ ਕੇ ਤੁਹਾਡਾ ਸਾਰਾ ਕੁਝ ਰਿਵਿਊ ਵਗੈਰਾ ਵੀ ਕਰ ਲੈਂਦੇ। ਠੀਕ ਹੈ ਜੀ। ਦੂਜੀ ਆਪਸ਼ਨ ਇਹ ਆ ਵੀ ਤੁਸੀਂ ਫੋਨ ਨੰਬਰ ਦਿੱਤੇ ਆ ਉੱਥੇ ਕਈ ਬੰਦਿਆਂ ਦੇ, ਉਹਨਾਂ ਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ। ਠੀਕ ਹੈ ਜੀ। ਤੇ ਮੇਰਾ ਹੁਣ ਸੇਲਸ ਡਿਪਾਰਟਮੈਂਟ ਹੀ ਨਹੀਂ, ਤਾਂ ਮੇਰਾ ਤਾਂ ਨੰਬਰ ਬੇਸਿਕਲੀ ਪਬਲਿਕ ਹੀ ਆ ਸਾਰਿਆਂ ਨੂੰ, ਹਨਾ। ਤੇ ਪਰ ਜੇ ਕਿਸੇ ਨੂੰ ਹੈਲਪ ਦੀ ਲੋੜ ਆ ਤਾਂ ਮੈਨੂੰ ਵੀ ਕਾਲ ਕਰ ਸਕਦੇ ਹੋ, ਮੈਂ ਉਹ ਦੱਸ ਸਕਦਾ। ਤੇ ਤੁਸੀਂ ਕਿਹਾ ਸੀਗਾ ਵੀ ਲੇਬਰ ਸ਼ਾਰਟੇਜ ਦੀ ਗੱਲ ਆ, ਪਰ ਇੱਥੇ ਇੱਕ ਇਹ ਵੀ ਵਿਚਾਰ ਹੋਊਗਾ ਯਾਰ ਹੁਣ ਚਲਾਉਣ ਵਾਲਾ ਵੀ ਨਹੀਂ ਰਿਹਾ, ਇਹ ਤਾਂ ਸਾਡੀਆਂ ਜੌਬਸ ਨੂੰ ਹੋਰ ਵੀ ਖਤਰਾ ਆ, ਉਹਨੂੰ ਕੀ, ਉਹਦੇ ਬਾਰੇ ਤੁਸੀਂ ਕੀ ਕਹਿਣਾ, ਤੁਹਾਡੀ ਕੰਪਨੀ ਕੀ ਕਹਿੰਦੀ ਉਸ ਚੀਜ਼ ਦੇ? ਨਹੀਂ, ਦੇਖੋ, ਜੌਬਸ ਨੂੰ ਖਤਰਾ ਨਹੀਂ ਹੈਗਾ, ਇਹ ਐਫੀਸ਼ੀਐਂਟ ਹੋਣ ਦੀ ਗੱਲ ਆ। ਦੂਜਾ ਇਹ ਹੈਗਾ ਵੀ ਜਦੋਂ ਆਪਾਂ ਦੇਖਦੇ ਆ ਨਾ ਵੱਡੀ ਪਿਕਚਰ 'ਚ, ਤਾਂ ਹੋਰ ਬਹੁਤ ਜੌਬਾਂ ਦੂਜੇ ਤਰ੍ਹਾਂ ਦੀਆਂ ਕ੍ਰੀਏਟ ਹੋ ਰਹੀਆਂ, ਜੌਬ ਸ਼ਿਫਟ ਹੋ ਰਹੀਆਂ ਰਾਦਰ ਕਿ ਐਲੀਮੀਨੇਟ ਹੋ ਰਹੀਆਂ। ਪਰ ਸਕਿੱਲ ਸੈਟ ਚੇਂਜ ਕਰਨੇ ਪੈਣੇ ਲੋਕਾਂ ਨੂੰ। ਹਾਂ, ਸਕਿੱਲ ਸੈਟ ਉਹ ਹੋਣੇ ਹੀ, ਆਪਾਂ ਚਾਹੇ ਮੰਨੀਏ ਨਾ ਮੰਨੀਏ, ਚਾਹੇ ਵਧੀਆ ਲੱਗਦਾ ਨਹੀਂ। ਟੈਕਨੋਲੋਜੀ ਇਜ਼ ਹੇਅਰ, ਦਿਸ ਇਜ਼ ਦ ਫਿਊਚਰ। AI ਨੇ ਆਉਣਾ, ਤੁਸੀਂ AI ਦੀਆਂ ਜੌਬਸ ਹੋਣਗੀਆਂ ਸਾਰੀਆਂ। ਸੋ ਇਹ ਇਵੈਂਚੁਅਲੀ ਆਪਾਂ ਜਿਹੜਾ ਆਪਰੇਟਰ ਵੀ ਦੇਖਦੇ ਹਾਂ ਉਹਨੂੰ AI ਕੰਟਰੋਲ ਕਰੂਗੀ। ਨਹੀਂ, ਕਿਤੇ ਨਾ ਕਿਤੇ ਆਪਰੇਟਰ ਫਿਜ਼ੀਕਲੀ ਤਾਂ ਹੋਊਗਾ ਹੀ ਟਰੈਕਟਰਾਂ 'ਚ, ਹਜੇ ਲਿਮਿਟਡ ਹੋ ਜਾਣਗੇ ਫਿਰ। ਹਾਂ, ਇਹ ਹੋ ਸਕਦਾ ਵੀ ਇੱਕ ਆਪਰੇਟਰ 7 ਟਰੈਕਟਰ ਚਲਾਵੇ 5 ਦੀ ਜਗ੍ਹਾ, ਤੇ ਬਟ ਕਿਉਂਕਿ ਟਰੈਕਟਰ ਹਜੇ ਵੀ ਇਹ ਖੇਤ ਜਿਹੇ ਜਿਹੇ ਆਪਣੇ ਸੈਟਅਪ ਹੋਏ ਆ ਖੇਤ ਜਾਂ ਪਲਾਂਟੇਸ਼ਨ, ਉਹ ਆਟੋਮੇਸ਼ਨ ਲਈ ਨਹੀਂ ਸੈਟਅਪ ਗਈ, ਉਹ ਤਾਂ ਮੈਨੂਅਲ ਆਪਰੇਸ਼ਨਸ ਦੇ ਲਈ ਆ। ਪਰ ਇਹ ਵੀ ਇਹ ਸੁਖਾਲੇ ਕਰ ਦਿੰਦੇ ਆ, ਸੁਖਾਲਾ ਕਰ ਦਿੰਦੀ, ਖਰਚਾ ਘਟਾਉਂਦੀ ਆ ਤੇ ਸੁਖਾਲਾ ਕਰਦੀ ਆ। ਬਿਲਕੁਲ। ਤੇ ਇਟਸ ਅ ਬਿਗ ਥਿੰਗ। ਆਪਾਂ ਲਾਸਟ ਟਾਈਮ ਵੀ ਅਰਸ਼ਦੀਪ ਜਦੋਂ ਗੱਲ ਕਰ ਰਹੇ ਸੀ ਟੈਕਨੋਲੋਜੀ ਨੂੰ ਲੈ ਕੇ, GPS, ਪ੍ਰਸੀਜਨ ਐਗ, ਇਹ ਸਾਰੀਆਂ ਚੀਜ਼ਾਂ ਪਾਰਟ ਆ। ਕੀ ਇਹ ਮੋਸਟਲੀ ਤੁਹਾਡੇ ਪਰਮਾਨੈਂਟ ਕ੍ਰੌਪਸ ਦੇ ਲਈ ਆ ਜਾਂ ਹੋਰ ਵੀ ਫਾਰਮਿੰਗ ਆਪਰੇਸ਼ਨਸ ਦੇ ਵਿੱਚ ਜਿਹੜੀ ਟੈਕਨੋਲੋਜੀ ਤੁਸੀਂ ਲਿਆ ਰਹੇ? ਨਹੀਂ, ਕ੍ਰੌਪ ਕੋਈ ਵੀ ਤੁਸੀਂ ਟਾਰਗੇਟ ਕਰ ਸਕਦੇ ਆ, ਉਹਦੇ ਲਈ ਸੈਟਅਪ ਥੋੜਾ ਜਿਹਾ ਡਿਫਰੈਂਟ ਹੋਇਆ। ਠੀਕ ਹੈ। ਜਿਹੜਾ ਆਪਾਂ ਅੱਜ ਸੈਟਅਪ ਅੱਜ ਦੇਖਿਆ ਸਾਰਾ ਕਵਰ ਕੀਤਾ, ਇਹ ਪਰਮਾਨੈਂਟ ਕ੍ਰੌਪ ਦੇ ਲਈ। ਠੀਕ ਹੈ। ਹਾਂਜੀ। ਤੇ ਤੁਹਾਡੇ ਬਾਕੀ ਥਾਵਾਂ ਦੇ ਉੱਤੇ ਵੀ ਜਿਹੜੇ, ਹਾਂਜੀ, ਕਿਉਂਕਿ ਮੋਇੰਗ ਆ, ਡਿਸਕਿੰਗ ਆ, ਦੂਜੀਆਂ ਜਿਹੜੀਆਂ ਹੁੰਦੀਆਂ ਨੇ, ਉਹਦੇ ਲਈ ਟਰੈਕਟਰ ਦੇ ਸੈਟਅਪ ਥੋੜੇ ਜਿਹੇ ਹੋਰ ਹੋ ਜਾਂਦੇ ਆ, ਟਰੈਕਟਰ ਹੋਰ ਤਰ੍ਹਾਂ ਦੇ ਹੋ ਜਾਂਦੇ ਆ, ਹਨਾ। ਤੇ ਬਟ ਇਹ ਨਹੀਂ ਹੈਗਾ ਵੀ ਟੈਕਨੋਲੋਜੀ ਲਿਮਿਟਡ ਹੀ ਆ ਪਰਮਾਨੈਂਟ ਕ੍ਰੌਪਸ। ਚਲੋ, ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸੋ ਇਹ ਗੱਲਬਾਤ ਆਪਾਂ ਕਰ ਰਹੇ ਸੀ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ। ਬਲੂ ਵਾਈਟ ਕੰਪਨੀ, ਨਵੀਂ ਟੈਕਨੋਲੋਜੀ, ਆਪਣੇ ਆਪ ਚੱਲਣ ਵਾਲੇ, ਇੱਕ ਜਣਾ 5-5 6-6 ਟਰੈਕਟਰ ਇਕੱਠੇ ਬੈਠ ਕੇ, ਕਿਤੇ ਚਾਹੇ ਉਹ ਪਿੱਕੇ ਤੋਂ ਚਲਾ ਰਿਹਾ ਹੈ, ਚਾਹੇ ਉਹ ਘਰੋਂ ਚਲਾ ਰਿਹਾ ਜਾਂ ਕੰਪਨੀ ਤੋਂ ਚਲਾ ਰਿਹਾ, ਚੱਲ ਰਹੇ ਆ। ਸਪਰੇਅ ਨਾਲ ਚੱਲਣੀ ਆ। ਸਪਰੇਅਰ ਵੀ ਤੁਹਾਨੂੰ ਆਪਾਂ ਦਿਖਾਉਂਦੇ ਆ, ਉਹਦੇ ਵਿੱਚ ਜਿਹੜਾ ਉਹ ਵੀ ਆਟੋਮੈਟਿਕ ਆ, ਜਿੱਥੇ ਘਾਹ ਆ ਉੱਥੇ ਹੀ ਪਾਉਣਾ ਆ ਉਹਨੇ, ਬਾਕੀ ਵੇਸਟ ਨਹੀਂ ਹੋਣੀ। ਖਰਚਾ ਤੁਹਾਡਾ ਘੱਟ ਰਿਹਾ ਆ, ਸਿਕ ਡੇਜ਼ ਦੀ ਤੁਹਾਨੂੰ ਟੈਨਸ਼ਨ ਨਹੀਂ ਆ। ਤੁਸੀਂ ਇਹਨਾਂ ਦੇ ਨਾਲ ਕਰਨਾ, ਤੁਸੀਂ ਵਾਂਢੇ ਵੀ ਜਾਣਾ, ਤੁਸੀਂ ਵਾਂਢੇ ਵੀ ਜਾ ਸਕਦੇ ਆ, ਵੀ ਪਿੱਛੋਂ ਚੱਲ ਭਾਈ ਕਿੰਨੇ ਸਪਰੇਅ ਕਰਨੀ ਹੈ, ਕਿੱਦਾਂ ਕੀ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀ ਸਹੂਲਤਾਂ ਵੱਧ ਰਹੀ ਹੈ, ਟੈਕਨੋਲੋਜੀ ਨੂੰ ਅਪਣਾਉਣਾ ਹੀ ਪੈਣਾ ਆ। ਮੋਹਰਿਓਂ ਹੋ ਕੇ ਜਿਹੜਾ ਇਸ ਦੇ ਨਾਲ ਤੁਸੀਂ ਜੂਝ ਲਓ ਚੰਗਾ ਆ, ਨਹੀਂ ਤਾਂ ਪਿੱਛੋਂ ਜਾਂਦੇ ਆ ਲੰਘੇ ਸੱਪ ਦੀ ਲੀਕ ਕੁੱਟਣ ਦਾ ਫਿਰ ਫਾਇਦਾ ਕੋਈ ਨਹੀਂ ਹੁੰਦਾ। ਸੋ ਨਾਲ ਚੱਲੋ ਟੈਕਨੋਲੋਜੀ ਦੇ। ਇਹ ਨਵੀਂ ਟੈਕਨੋਲੋਜੀ ਦੇ ਬਾਰੇ ਆਪਾਂ ਤੁਹਾਨੂੰ ਦੱਸ ਰਹੇ ਸੀ। ਹੁਣ ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।